कोरोना वायरस करके सरकार ने लॉकडाउन किया सी, करफ्यू भी लग्या रहा है ते 3 महीने दे विच लोकां दा बुरा हाल हो गया। जिहड़े लोग मेहनत करते हैं, दिहाड़ीदार है या दुकानदार है, छोटे दुकानदार, वड्डा नुकसान होया। पर इहदे विच एक हजे भी एक ऐसा तबका हैगा जिन्हां दा लॉकडाउन दे दौरान खुलण तो बावजूद भी कारोबार सैट नहीं होया। ਉਹਨੇ रिक्शा चालक ਜਿਹੜੇ ਬਠਿੰਡਾ ਦੇ ਬੱਸ ਸਟੈਂਡ ਤੇ ਪਿਛਲੇ 2 ਦਹਾਕਿਆਂ ਤੋਂ ਰਿਕਸ਼ਾ ਚਲਾਉਂਦੇ ਨੇ। ਇਹ ਬਠਿੰਡਾ ਦਾ ਅਸੀਂ ਇਸ ਵਕਤ ਬੱਸ ਸਟੈਂਡ ਤੇ ਮੌਜੂਦ ਆ ਬਠਿੰਡਾ ਦੇ, ਜਿੱਥੇ ਇਹ ਤੁਸੀਂ ਦੇਖ ਰਹੇ ਹੋ ਜਿਹੜੇ ਰਿਕਸ਼ਾ ਚਾਲਕ ਹੈਗੇ ਆ, ਇਹ ਰਿਕਸ਼ਾ ਚਲਾਉਂਦੇ ਆ ਕਿਉਂਕਿ ਸਵਾਰੀਆਂ ਪਹੁੰਚਦੀਆਂ, ਜਦੋਂ ਸਵਾਰੀ ਆਉਂਦੀ ਹੈ ਤਾਂ ਰਿਕਸ਼ੇ ਤੇ ਬੈਠ ਕੇ ਇਹ ਉਹਨੂੰ ਉਹਦੇ ਘਰ ਤੱਕ ਛੱਡ ਕੇ ਆਉਂਦੇ ਆ। ਪਰ ਹਾਲਤ ਇਹ ਹੈ ਕਿ ਹੁਣ ਜਿੰਨੇ ਵੀ ਰਿਕਸ਼ਾ ਚਲਾਉਣ ਵਾਲੇ ਹੈਗੇ ਇਹ ਵਿਹਲੇ ਬੈਠੇ ਕਿਉਂਕਿ ਸਵਾਰੀਆਂ नहीं पहुंच रही। कोरोना महामारी हैगी है, खतरा बनया होया। हजे भी ਜਿਹੜੇ ਲੋਕ ਹੈ ਘਰਾਂ ਚੋਂ ਸਫ਼ਰ ਤੇ ਨਹੀਂ ਨਿਕਲਦੇ। ਤਸਵੀਰਾਂ ਤੁਹਾਨੂੰ ਅਸੀਂ ਇਹ ਦਿਖਾ ਰਹੇ ਹਾਂ ਇਹਨਾਂ ਰਿਕਸ਼ਾ ਚਾਲਕਾਂ ਦੀਆਂ ਜਿਹੜੇ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਚਲਾਉਂਦੇ ਆ। ਜਦੋਂ ਕੋਈ ਸਵਾਰੀ ਆਂਦੀ ਹੈ ਉਹਨੂੰ ਘਰ ਤੱਕ ਛੱਡਣ ਜਾਣਾ ਤਾਂ ਇਹੀ ਬੱਸ ਤੋਂ ਸਵਾਰੀ ਨੂੰ ਜਿਹੜਾ ਉਹਦੇ ਘਰ ਤੱਕ ਛੱਡ ਕੇ ਆਉਂਦੇ ਆ। ਪਰ ਹੁਣ ਇਹ ਬਿਲਕੁਲ ਵਿਹਲੇ ਬੈਠੇ ਆ ਕਿਉਂਕਿ ਬੱਸਾਂ 'ਚ ਸਵਾਰੀਆਂ ਨਹੀਂ ਹੈਗੀਆਂ। ਮੁਸ਼ਕਲਾਂ ਇਹਨਾਂ ਵਾਸਤੇ ਆ ਕਿਉਂਕਿ ਸਵਾਰੀਆਂ ਨਾ ਮਾਤਰ ਨੇ। ਜਿਹੜਾ ਬੱਸ ਸਟੈਂਡ ਹੈਗਾ ਬੱਸਾਂ ਚੱਲ ਰਹੀਆਂ ਪਰ ਸਵਾਰੀਆਂ ਨਹੀਂ ਹੈਗੀਆਂ, ਜਿਸ ਕਰਕੇ ਇਹ ਰਿਕਸ਼ਾ ਚਲਾਉਣ ਵਾਲੇ ਜਿਹੜੇ ਦਿਹਾੜੀਦਾਰ ਗਰੀਬ ਤਬਕੇ ਦੇ ਲੋਕ ਨੇ ਇਹਨਾਂ ਨੂੰ ਵੀ ਨੁਕਸਾਨ ਉਠਾਉਣਾ ਪੈ ਰਿਹਾ ਕਿਉਂਕਿ ਸਵਾਰੀ ਹੋਊਗੀ ਤਾਂ ਇਹ ਸਵਾਰੀ ਨੂੰ ਲੈ ਕੇ ਘਰ ਤੱਕ ਜਾਣਗੇ। ਪਰ ਹੁਣ ਇਹ ਹੈ ਕਿ ਬੱਸ ਸਟੈਂਡ ਖਾਲੀ ਹੈ, ਇਹਨਾਂ ਨੂੰ ਸਵਾਰੀ ਦਾ ਇੰਤਜ਼ਾਰ ਹੈ ਪਰ ਹਜੇ ਤੱਕ ਸਵਾਰੀਆਂ ਇੱਥੇ ਨਹੀਂ ਪਹੁੰਚਦੀਆਂ ਕਿਉਂਕਿ ਮਹਾਮਾਰੀ ਦਾ ਖਤਰਾ ਹਜੇ ਵੀ ਜਿਹੜਾ ਬਣਿਆ ਹੋਇਆ। ਸਰਕਾਰ ਨੇ ਲਾਕਡਾਊਨ ਕੀਤਾ ਹੋਇਆ ਤਾਂ ਮਜਬੂਰਨ ਇਹ ਸਵੇਰੇ ਰਿਕਸ਼ਾ ਲੈ ਕੇ ਇੱਥੇ ਪਹੁੰਚ ਜਾਂਦੇ ਆ, ਪਰ ਅੱਗੇ ਇਹਨਾਂ ਨੂੰ ਸਵਾਰੀ ਨਹੀਂ ਮਿਲਦੀ ਤਾਂ ਮਾਯੂਸ ਹੋ ਕੇ ਇਸੇ ਤਰੀਕੇ ਨਾਲ ਬੈਠੇ ਰਹਿੰਦੇ ਕਿਉਂਕਿ ਬੱਸਾਂ 'ਚ ਸਵਾਰੀਆਂ ਘੱਟ ਨੇ। ਸਵਾਰੀ ਜਿਹੜੀ ਆ ਬੱਸ ਦੇ ਵਿੱਚ ਵੀ ਨਹੀਂ ਆ ਰਹੀ, ਇਸ ਕਰਕੇ ਨਾ ਦੂਜੇ ਸ਼ਹਿਰ ਤੋਂ ਆ ਰਹੇ ਆ, ਇਸ ਕਰਕੇ ਮਜਬੂਰਨ ਰਿਕਸ਼ੇ ਲੈ ਕੇ ਸਵੇਰ ਆ ਜਾਂਦੇ ਆ ਤਾਂ ਇੱਥੇ ਹੀ ਬੈਠੇ ਰਹਿੰਦੇ ਆ ਤਾਂ ਸ਼ਾਮ ਨੂੰ ਚਲੇ ਜਾਂਦੇ ਆ। ਬਹੁਤ ਘੱਟ ਸਵਾਰੀਆਂ ਇਹਨਾਂ ਨੂੰ ਮਿਲ ਰਹੀਆਂ। ਰਿਕਸ਼ਾ ਚਾਲਕ ਜਿਹੜੇ ਆ ਪਿਛਲੇ 3 ਮਹੀਨੇ ਇਹਨਾਂ ਨੇ ਬੜੇ ਮੁਸ਼ਕਲ ਨਾਲ ਕੱਟੇ ਆ। ਸਰਕਾਰ ਵੱਲੋਂ ਕੋਈ ਸਹੂਲਤ ਇਹਨਾਂ ਨੂੰ ਨਹੀਂ ਮਿਲੀ ਹੈ, ਰਾਸ਼ਨ ਨਹੀਂ ਮਿਲਿਆ। ਪਰ ਹੁਣ ਫਿਰ ਵੱਡੀ ਮੁਸ਼ਕਲ ਖੜੀ ਹੈ ਕਿ ਜਿਹੜਾ ਲਾਕਡਾਊਨ ਖੁੱਲ ਗਿਆ, ਬੱਸਾਂ ਚੱਲ ਰਹੀਆਂ ਪਰ ਸਵਾਰੀਆਂ ਹਜੇ ਵੀ ਘੱਟ ਨੇ। ਸਵਾਰੀਆਂ ਘੱਟ ਨੇ, ਦਿਹਾੜੀ ਕਰਦੇ ਨੇ, ਰਿਕਸ਼ਾ ਚਲਾਉਂਦੇ ਆ। ਪਰ ਹੁਣ ਤੁਸੀਂ ਦੇਖ ਰਹੇ ਹੋ ਕਿ ਰਿਕਸ਼ਾ ਚਲਾਉਣਾ ਵੀ ਜਿਹੜਾ ਮੁਸ਼ਕਲ ਹੋ ਗਿਆ ਕਿਉਂਕਿ ਸਵਾਰੀਆਂ ਨਾ ਆਣ ਕਰਕੇ ਇਹਨਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਕੰਮਕਾਰ ਵੈਸੇ ਹੀ ਠੱਪ ਨੇ ਲੋਕਾਂ ਦੇ, ਪਰ ਹੁਣ ਦੂਜੀ ਮੁਸ਼ਕਲ ਇਹ ਹੈ ਕਿ ਬੱਸਾਂ ਤੇ ਸਵਾਰੀਆਂ ਜਿਹੜੀਆਂ ਨਹੀਂ ਪਹੁੰਚ ਰਹੀਆਂ। ਸਵਾਰੀਆਂ ਨਾ ਪਹੁੰਚਣ ਕਰਕੇ ਮਜਬੂਰਨ ਬਸ ਇਹ ਇਸ ਤਰੀਕੇ ਨਾਲ ਮਾਯੂਸ ਬੈਠੇ ਰਹਿੰਦੇ ਕਿਉਂਕਿ ਜੇ ਸਵਾਰੀ ਹੋਊਗੀ ਤਾਂ ਇਹਨਾਂ ਦਾ ਕਾਰੋਬਾਰ ਚੱਲੂਗਾ। ਗੱਲ ਕਰਦੇ ਆ ਸਾਡੇ ਨਾਲ ਇਹ ਜਿਹੜੇ ਮਿਹਨਤ ਕਰਦੇ ਆ, ਇਹਨਾਂ ਨਾਲ ਗੱਲ ਕਰਦੇ। ਬਾਈ ਜੀ ਕੀ ਨਾਮ ਹੈ ਤੁਹਾਡਾ? ਮੁਖਤਿਆਰ ਸਿੰਘ ਜੀ, ਕਾਫੀ ਲੰਬਾ ਵਕਤ ਹੋ ਗਿਆ ਤੁਹਾਨੂੰ ਬੱਸ ਸਟੈਂਡ ਰਿਕਸ਼ਾ ਚਲਾਉਂਦੇ ਹੋਏ? ਹਾਂਜੀ ਹਾਂ, 4 ਮਹੀਨੇ ਹੋ ਗਏ ਜੀ, ਵਿਹਲੇ ਬੈਠੇ ਜੀ। ਬਹੁਤ ਮੁਸ਼ਕਲ ਹੈ ਜੀ ਗਰੀਬ ਬੰਦੇ ਵਾਸਤੇ। ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਜੀ ਗਰੀਬ ਬੰਦੇ ਨੂੰ। ਜਿਹੜਾ ਲਾਕਡਾਊਨ ਲੱਗਿਆ ਸੀ ਪਹਿਲਾਂ, ਕਰਫਿਊ ਲੱਗਿਆ ਰਿਹਾ, ਕੋਈ ਸਰਕਾਰੀ ਮਦਦ ਮਿਲੀ ਤੁਹਾਨੂੰ? ਰਾਸ਼ਨ ਪਾਣੀ ਕੁਝ ਹੋਰ? ਨਹੀਂ ਜੀ, ਕੁਛ ਵੀ ਨਹੀਂ ਮਿਲਿਆ ਜੀ, ਬਸ ਟਾਈਮ ਪਾਸ ਕਰੀਏ ਨਹੀਂ ਔਖੇ ਔਖੇ। ਹਾਂਜੀ, ਹੁਣ ਤਾਂ ਲਾਕਡਾਊਨ ਖੁੱਲ ਗਿਆ, ਬੱਸਾਂ ਵੀ ਚੱਲ ਰਹੀਆਂ ਤੇ ਸਵਾਰੀ ਨਹੀਂ ਆਉਂਦੀ। ਸਵਾਰੀ ਬਿਲਕੁਲ ਹੈ ਨਹੀਂ ਜੀ, ਬਹੁਤ ਔਖਾ ਹੋਇਆ ਜੀ। ਕਿਵੇਂ ਫਿਰ ਗੁਜ਼ਾਰਾ ਚੱਲਦਾ? ਮਾੜਾ ਮੋਟੇ 150 ਰੁਪਏ ਮਸਾਂ ਖਿੱਚ ਧੂ ਕੇ ਸ਼ਾਮ ਤੱਕ ਮਸਾਂ ਬਣਦਾ ਜੀ। ਹਾਂਜੀ, ਇੱਕ ਗਰਮੀ ਬਹੁਤ ਪੈ ਰਹੀ ਹੈ। ਪਹਿਲਾਂ ਵੀ 100 150 200 ਬਸ ਨਹੀਂ, ਟਾਈਮ ਪਾਸ ਹੀ ਬਸ ਗੁਜ਼ਾਰੇ ਲੈ ਕੇ ਹੈ ਜੀ। ਹਾਂਜੀ, ਮੁਸ਼ਕਲ ਤਾਂ ਵੱਡੀ ਹੋਈ ਹੈ ਖੜੀ ਤੁਹਾਡੇ ਵਾਸਤੇ ਵੀ ਕਿਉਂਕਿ ਰਿਕਸ਼ਾ ਚੱਲੂਗਾ, ਸਵਾਰੀ ਆਊਗੀ ਤਾਂ ਹੀ ਰਿਕਸ਼ਾ ਚੱਲੂਗਾ। ਤੇ ਜਿਹੜਾ ਲਾਕਡਾਊਨ ਦਾ ਕਰਫਿਊ ਦਾ ਕੋਈ ਸਹਾਇਤਾ ਮਿਲੀ ਤੁਹਾਨੂੰ ਕਿਤੋਂ? ਨਹੀਂ, ਕੁਛ ਵੀ ਨਹੀਂ ਮਿਲਿਆ ਜੀ। ਨਹੀਂ, ਮੈਂ ਰੱਬ ਦੇ ਸਾਰੇ ਹੀ ਬੈਠੇ ਜੀ, ਬਸ ਬਹੁਤ ਔਖਾ ਟਾਈਮ ਪਾਸ ਹੋ ਰਿਹਾ ਜੀ। ਜੀ ਬਿਲਕੁਲ, ਬਹੁਤ ਮੁਸ਼ਕਲ ਖੜੀ ਹੋਈ ਹੈ ਰਿਕਸ਼ਾ ਚਾਲਕਾਂ ਵਾਸਤੇ। ਗੱਲ ਕਰਦੇ ਆ ਪ੍ਰਵਾਸੀ ਹੈ ਰਿਕਸ਼ਾ ਚਾਲਕ ਹੈ, ਇਹ ਕਿੰਨੀ ਮੁਸ਼ਕਲ ਹੋ ਰਹੀ ਹੈ? बहुत मुश्किल है जी। मैं तो 3 महीने हो गया जी, समझ तो गुजारा भी बहुत मुश्किल से होता जी। बहुत प्रॉब्लम है, सवारी सूरी आंदी नहीं जी, गुजारा मसा ही होता है। औखे सौखे करके टाइम पास करते हैं जी, नहीं आ रहे जी। और जी सवारी कुछ भी नहीं आती, कहीं 150 बन जाता बस, और कुछ नहीं आता जी। ਕੋਈ ਸਰਕਾਰ ਵੱਲੋਂ ਮਿਲਿਆ ਕੁਝ? ਪੰਜਾਬ ਸਰਕਾਰ ਵੱਲੋਂ कुछ नहीं मिला जी सानू। हाँ जी, कुछ भी नहीं मिला जी। परेशानी तो है ही है जी, बदू की करिए हम, टाइम पास है जी। ਜੀ ਬਿਲਕੁਲ ਵੱਡੀ ਪਰੇਸ਼ਾਨੀ ਹੈ ਰਿਕਸ਼ਾ ਚਾਲਕਾਂ ਵਾਸਤੇ। ਬਜ਼ੁਰਗ ਹੋਰ ਨੇ। ਬਾਬਾ ਜੀ ਕੀ ਨਾਮ ਹੈ ਤੁਹਾਡਾ? ਦਰਸ਼ਨ ਸਿੰਘ। ਦਰਸ਼ਨ ਸਿੰਘ ਜੀ, ਰਿਕਸ਼ਾ ਚਲਾ ਰਹੇ ਹੋ ਬੱਸ ਸਟੈਂਡ ਤੇ, ਕਾਫੀ ਲੰਬਾ ਵਕਤ ਹੋ ਗਿਆ ਤੁਹਾਨੂੰ।
ਤੇ ਕਿੰਨੀਆਂ ਮੁਸ਼ਕਲਾਂ ਹੈ ਹੁਣ ਬੱਸ ਸਟੈਂਡ ਸਵਾਰੀ ਹੁਣ ਤਾਂ ਬਹੁਤ ਲੋਕਡਾਊਨ ਕਰਕੇ ਜੀ ਪਹਿਲਾਂ ਹੀ 2-3 ਮਹੀਨੇ ਪਹਿਲਾਂ ਪਰੇਸ਼ਾਨ ਰਹਿ ਗਏ। ਹੁਣ ਜਮਾਂ ਹੀ ਨਹੀਂ ਸਵਾਰੀ ਆਂਦੀ। ਪਹਿਲਾਂ ਲੋਕਡਾਊਨ ਕਰਕੇ ਤਾਂ ਸੀਗਾ ਵੀ ਲੋਕ ਆਉਂਦੇ ਨਹੀਂ, ਹੁਣ ਫੇਰ ਵੀ ਲੋਕਡਾਊਨ ਖੁੱਲ ਗਿਆ ਤਾਂ ਉਹ ਵੀ ਪਰੇਸ਼ਾਨੀ ਹੈ। ਸਵਾਰੀ ਕੋਈ ਨਹੀਂ ਆ ਰਹੀ। ਅਸੀਂ ਸਵੇਰ ਦੇ ਆਨਾ ਸ਼ਾਮ ਤੱਕ ਖਾਲੀ ਮੁੜ ਕੇ ਚਲੇ ਜਾਂਦੇ ਹਾਂ। ਕੋਈ ਗੁਜ਼ਾਰਾ ਲੈ ਕੇ ਨਹੀਂ ਹੈ। ਬੜੀ ਪਰੇਸ਼ਾਨੀ ਹੈ। ਕੋਈ ਸਰਕਾਰ ਨੇ ਸਾਨੂੰ ਕੁਛ ਨਹੀਂ ਦਿੱਤਾ, ਨਾ ਕੋਈ ਸਹਾਇਤਾ। ਰਕਸ਼ਾ ਵਾਲਿਆਂ ਨੂੰ ਕੁਛ ਨਾ ਕੋਈ 5 ਰੁਪਏ ਜਾਂ ਕੋਈ ਕਿਸੇ ਦੀ ਸਹਾਇਤਾ 5 ਰੁਪਏ ਪਾਏ, ਹੁਣ 100 ਰੁਪਇਆ 500 ਰੁਪਇਆ ਕਿਸੇ ਦੇ ਰਕਸ਼ਾ ਵਾਲੇ ਦੇ ਖਾਤੇ 'ਚ ਪਾ ਦਿੰਦੇ। ਕੋਈ ਗਰੀਬ ਬੰਦਾ ਗੁਜ਼ਾਰਾ ਕਰ ਲੈਂਦਾ, ਕੋਈ ਪੁੱਛਦਾ ਨਹੀਂ ਸਾਨੂੰ। ਉਹ ਹੁਣ ਕੀ ਪਤਾ ਇਹ ਕਿੰਨੇ ਦਿਨ ਬੰਦ ਰਹਿੰਦਾ ਜੀ, ਅਸੀਂ ਤਾਂ ਮਰ ਜਾਾਂਗੇ, ਪਰੇਸ਼ਾਨ ਹੋ ਜਾਾਂਗੇ। ਜਿਹੜਾ ਸਰਕਾਰ ਪੰਜਾਬ ਦੀ ਸਰਕਾਰ ਕਹਿ ਰਹੀ ਹੈ ਵੀ ਰਾਸ਼ਨ ਵੰਡਿਆ, ਉਹ ਮਿਲਿਆ ਰਾਸ਼ਨ? ਨਾ ਜੀ, ਪੰਜਾਬ ਦੀ ਸਰਕਾਰ ਵੱਲੋਂ ਸਾਨੂੰ ਕੋਈ ਰਾਸ਼ਨ ਨਹੀਂ ਮਿਲਿਆ ਗਿਆ। ਅਸੀਂ ਰਕਸ਼ਾ ਵਾਲੇ ਹੱਥ ਖੜੇ ਕਰਕੇ ਕਹਿ ਸਕਦੇ, ਸਾਨੂੰ ਕਿਸੇ ਨੇ ਕੋਈ ਰਾਸ਼ਨ ਨਹੀਂ ਦਿੱਤਾ। ਸਾਡੀ ਜਾਂਚ ਕੀਤੀ ਜਾਵੇ, ਸਾਨੂੰ ਕੁਛ। ਫਿਰ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ? ਬੜੀ ਮੁਸ਼ਕਲ ਨਾਲ ਜੀ। ਕੋਈ ਕਾਕਾ ਕਿੱਧਰੋਂ, ਕੋਈ 10 ਰੁਪਏ ਕਿੱਧਰੋਂ ਲਿਆਇਆ, ਕੋਈ ਅਸੀਂ ਕਿੱਧਰੋਂ ਲਿਆਏ, ਕੋਈ ਕਰ ਕੇ ਟਾਈਮ ਪਾਸ ਕਰੀ ਜਾਂਦੇ ਆ ਜੀ। ਬਹੁਤ ਮੁਸ਼ਕਲ ਹੈ ਜੀ। ਹਾਂਜੀ, ਬਿਲਕੁਲ ਵੱਡੀ ਮੁਸ਼ਕਲਾਂ ਦੇ ਵਿੱਚ ਨੇ ਰਿਕਸ਼ਾ ਚਾਲਕ ਨੇ ਜਿਹੜੇ। ਹੋਰ ਵੀ ਗੱਲ ਕਰਦੇ ਆ ਇੱਥੇ, ਕਿਉਂਕਿ ਇਹਨਾਂ ਨੂੰ ਸਵਾਰੀਆਂ ਕਿੰਨੀਆਂ ਆਉਂਦੀਆਂ ਕਿ ਨਹੀਂ ਆਉਂਦੀਆਂ? ਸਵਾਰੀ ਨਹੀਂ ਆਉਂਦੀ ਜਮਾਂ। 3 ਮਹੀਨੇ ਤੋਂ ਬੁਰਾ ਹਾਲ ਹੋਇਆ ਪਿਆ ਸਾਡਾ। ਸਵਾਰੀ ਹੈ ਨਹੀਂ ਬੱਸਾਂ 'ਚ। ਜੇ ਸਵਾਰੀ ਆਊਗੀ ਤਾਂ ਰੁਜ਼ਗਾਰ ਸਾਡਾ ਵਧੂਗਾ, ਪਰ ਸਾਡਾ ਰੁਜ਼ਗਾਰ ਖਤਮ ਹੈ। ਕਿਸੇ ਸਰਕਾਰ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਖਰਚਾ ਬਿਜਲੀ ਬਿੱਲ ਤਾਂ ਪੈਣਾ ਹੀ ਪੈਣਾ। ਕੋਈ ਸਹੂਲਤ ਨਹੀਂ ਹੋਈ ਸਾਨੂੰ। ਹੁਣ ਜਿਵੇਂ ਤੁਸੀਂ ਬੱਸ ਸਟੈਂਡ ਤੇ ਸਵੇਰੇ ਆਉਂਦੇ ਹੋ 6 ਵਜੇ ਆ ਜਾਂਦੇ ਹੋ, ਸ਼ਾਮ ਨੂੰ ਰਹਿੰਦੇ 6 ਵਜੇ ਤੱਕ ਇੱਥੇ। ਕਿੰਨੀਆਂ ਸਵਾਰੀਆਂ ਪੂਰੇ ਦਿਨ 'ਚ? ਪੂਰੇ ਦਿਨ 'ਚ ਪਹਿਲਾਂ ਤਾਂ ਸੀਗੀਆਂ, ਪੂਰੀਆਂ ਫੁੱਲ ਸੀਗੀਆਂ, ਪਰ ਜਦੋਂ ਦਾ ਇਹ 3 ਮਹੀਨੇ ਹੋ ਗਏ ਬੁਰੇ ਹਾਲ ਹੋਏ ਪਏ ਆ, ਕੋਈ ਸਵਾਰੀ ਨਹੀਂ ਆ ਰਹੀ। ਜਦੋਂ ਦਾ ਡੀਜ਼ਲ ਵਧਿਆ ਉਦੋਂ ਦਾ ਬੁਰਾ ਹਾਲ ਹੈ। ਬੱਸਾਂ 'ਚ ਸਵਾਰੀ ਵੀ ਹੈ ਨਹੀਂ। ਵੀ ਸਵਾਰੀ ਆਊਗੀ ਸਾਡੇ ਕੋਲ ਗੇੜਾ ਲਾ ਲਾਂਗੇ ਅਸੀਂ। ਸਾਡਾ ਰੁਜ਼ਗਾਰ ਖਤਮ ਹੈ। ਵੀ ਸਾਡੀ ਬੋਣੀ ਤੱਕ ਨਹੀਂ ਹੁੰਦੀ ਬਸ। ਜਿਹੜਾ ਰਾਸ਼ਨ ਵੰਡਿਆ ਕਾਂਗਰਸ ਨੇ, ਮਿਲਿਆ ਤੁਹਾਨੂੰ? ਜਮਾ ਨਹੀਂ ਮਿਲੇਗਾ ਸਾਨੂੰ, ਜਮਾ ਨਹੀਂ ਦਿੱਤਾ ਕਿਸੇ ਨੇ, ਕੁਛ ਨਹੀਂ ਦਿੱਤਾ। ਜੀ ਬਿਲਕੁਲ, ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਰਾਸ਼ਨ ਦਿੱਤਾ ਗਿਆ, ਪਰ ਇਹਨਾਂ ਨੂੰ ਹਜੇ ਤੱਕ ਨਹੀਂ ਮਿਲਿਆ, ਰਾਸ਼ਨ ਵੀ ਨਹੀਂ ਮਿਲਿਆ। ਸਵਾਰੀਆਂ ਹੈ ਨਹੀਂ, ਕਿੰਨੀਆਂ ਮੁਸ਼ਕਲਾਂ ਨੇ। बहुत बुरा हाल है जी। कुछ नहीं गा, खाली आना खाली चले जाने। कुछ नहीं, सरकार की कोई सहायता नहीं, कुछ है नहीं गा जी। सुबह दे आने वेले बैठे हैं जी। सरकार कुछ नहीं दे रहा सानू कोई। परिवार दे बुरे हाल है जी। की करिए, कित्थों लिया कित करिए। माड़े मोटे जेडे कोले पैसे वो भी खा के कढ़ा के हुण तां कोले गुजारा करन दे भी लायक है नहीं कुछ। सरकार ने की देना जी, कुछ नहीं दिता किसी ने। सवारियां केड़ी आंदियां जी, वेले बैठे, कोई आंदा नहीं, कोई जांदा नहीं, कुछ नहीं। 100 रुपया बनाना ही बहुत मुश्किल है। ਉਹ ਵੀ ਦੁੱਧ ਦਾ ਖਰਚਾ ਹੈ ਬਸ। दुध का खर्चा जो बन गया। ਜੀ ਬਿਲਕੁਲ, ਵੱਡੀ ਮੁਸ਼ਕਲਾਂ ਦੇ ਵਿੱਚ ਨੇ ਇਹ ਤਬਕਾ ਜਿਹੜਾ ਰਿਕਸ਼ਾ ਚਲਾਉਂਦੇ। ਕਿੰਨੀਆਂ ਮੁਸ਼ਕਲਾਂ ਹੈ ਤੁਹਾਨੂੰ? ये तीसरा महीने खत्म हो गया, चौथा महीने चढ़ गया जी। अभी तक 4 पैसे जेब से नहीं आई जी। परिवार किमें पालूंगा, ये मुश्किल है। अच्छा आंदा काम करने वास्ते जी तो 100 रुपये दे काम करदा जी। वो भी दुध का खर्चा होंदा बच्चे का। की करिए, तकलीफां बहुत है। कुछ नहीं दिता जी, कुछ नहीं दिता। खाली नाम है कि पैसे इन्ने दिता जी, उन्ने दिता जी, लेकिन कुछ नहीं दिता सरकार। वही जो सेंट्रल सरकार जो कनक मिलिया सी, वही रोटी टुक नमक रोटी खा के टाइम पास करी जांदा लोग। हाँ नहीं, सेंट्रल नु दिता सी आ जेड़ा। पंजाब वाले ने दिता है। ਪੰਜਾਬ ਨੇ ਨਹੀਂ ਦਿੱਤਾ ਕੁਝ? दिता है यार। पंजाब है वही जड़ा मिले सीगा जड़ा। हाँ बस वही दिता सीगा। ਕਾਂਗਰਸ ਨੇ ਕੁਝ ਨਹੀਂ ਦਿੱਤਾ। कुछ नहीं दिता हले कांग्रेस कुछ। ਇਹ ਫਿਰ ਹੁਣ ਜਿਵੇਂ ਤੁਸੀਂ ਸਵੇਰੇ ਰਿਕਸ਼ਾ ਲੈ ਕੇ ਆਉਂਦੇ ਹੋ, ਸ਼ਾਮ ਤੱਕ ਕਿੰਨੀਆਂ ਕੁ ਸਵਾਰੀਆਂ ਮਿਲਦੀਆਂ ਇੱਥੇ? 5-7 वो 2-3 मिल गया, दूध का खर्चा बन गया है ही बहुत है जी। हाँ सरकार तो कुछ दिंदा ही नहीं, कुछ आप दा कहना खजाना ही खाली है, कुछ है कि नहीं, कुछ देवांगे नहीं। दारू का ठेका खोल के बह गया, दुकाना कहना बंद करो है। दारू का ठेका पहले खोली बैठा है, चाहे लोग दे पेट में अनाज रहे नहीं, दारू ठेका खुलिया पिया। की करूगा बंदा, मर जूगा। गरीब आदमी कितों पूरा कर लूगा। परिवार तो बस वही टाइम पास करी जाता जी, नमक रोटी खा के बस। ਜੀ ਬਿਲਕੁਲ, ਰਿਕਸ਼ਾ ਚਾਲਕ ਨੇ ਪਿਛਲੇ ਲੰਬੇ ਵਕਤ ਤੋਂ ਰਿਕਸ਼ਾ ਚਲਾ ਰਹੇ ਨੇ ਬਠਿੰਡਾ ਦੇ ਬੱਸ ਸਟੈਂਡ ਤੇ। ਪਰ ਹਾਲਤ ਇਹ ਹੈ ਕਿ ਬੇਸ਼ੱਕ ਲਾਕਡਾਊਨ ਖੁੱਲ ਗਿਆ, ਕਰਫਿਊ ਵੀ ਜਿਹੜਾ ਖਤਮ ਕਰ ਦਿੱਤਾ ਗਿਆ, ਬੱਸਾਂ ਚੱਲ ਰਹੀਆਂ, ਟਰਾਂਸਪੋਰਟ ਚੱਲ ਰਹੀ ਹੈ, ਪਰ ਸਵਾਰੀਆਂ ਨਾ ਹੋਣ ਕਰਕੇ ਇਹਨਾਂ ਦੇ ਘਰ ਦੇ ਜਿਹੜੇ ਚੁੱਲ੍ਹੇ ਆ ਉਹ ਵੀ ਹਜੇ ਤੱਕ ਤੱਤੇ ਨਹੀਂ ਹੋਏ ਆ। ਬੜੀ ਮੁਸ਼ਕਲ ਨਾਲ ਇਹ ਆਪਣੇ ਪਰਿਵਾਰ ਦਾ ਪੇਟ ਪਾਲਦੇ ਆ। ਜਿੱਥੇ ਪੂਰੇ ਦਿਨ ਦੇ ਵਿੱਚ 20 ਤੋਂ 25 ਸਵਾਰੀਆਂ ਨੂੰ ਛੱਡ ਕੇ ਆਉਂਦੇ ਸੀ, ਅੱਜ ਹਾਲਤ ਇਹ ਹੈ ਕਿ ਪੂਰੇ ਦਿਨ ਦੇ ਵਿੱਚ 2 ਤੋਂ 3 ਸਵਾਰੀਆਂ ਆਉਂਦੀਆਂ ਤੇ 100 ਤੋਂ 150 ਰੁਪਇਆ ਹੀ ਇਹਨਾਂ ਦੇ ਪੱਲੇ ਪੈਂਦਾ। ਉਹ ਵੀ ਕਿਸੇ ਦਿਨ ਸਵਾਰੀ ਆਉਂਦੀ ਹੈ, ਕਿਸੇ ਦਿਨ ਨਹੀਂ ਆਉਂਦੀ।
ਪੰਜਾਬ ਦੀ ਸਰਕਾਰ ਤੋਂ ਵੱਡੀਆਂ ਉਮੀਦਾਂ ਸੀ ਇਹਨਾਂ ਨੂੰ ਕਿ ਪੰਜਾਬ ਸਰਕਾਰ ਕੋਈ ਆਰਥਿਕ ਮਦਦ ਕਰੂਗੀ। ਪੰਜਾਬ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ ਰਾਸ਼ਨ ਵੰਡਣ ਦੇ, ਪਰ ਹਜੇ ਵੀ ਬਹੁਤ ਐਸੇ ਲੋਕ ਹੈ ਜਿਨ੍ਹਾਂ ਨੂੰ ਸਰਕਾਰੀ ਰਾਸ਼ਨ ਨਹੀਂ ਮਿਲਿਆ ਤੇ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਅੱਜ ਵੀ ਪਰੇਸ਼ਾਨ ਹੈ। ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਰਾਹਤ ਪੈਕੇਜ ਜਾਂ ਕੋਈ ਹੋਰ ਵੱਡੀ ਸਹੂਲਤ ਇਹਨਾਂ ਦੇ ਘਰ ਘਰ ਤੱਕ ਪਹੁੰਚਾਈ ਜਾਏ ਤਾਂ ਕਿ ਇਹ ਦਿਹਾੜੀ ਕਰਨ ਵਾਲੇ ਜਿਹੜੇ ਲੋਕ ਹੈ ਮਾਯੂਸ ਨਾ ਹੋਣ ਤੇ ਸਰਕਾਰ ਇੱਕ ਚੰਗਾ ਕੰਮ ਕਰੇ ਤਾਂ ਕਿ ਸਰਕਾਰ ਦੇ ਵਿੱਚ ਇਹਨਾਂ ਦੀ ਇੱਕ ਚੰਗੀ ਛਵੀ ਬਣੇ। ਫਿਲਹਾਲ ਬਠਿੰਡਾ ਦੇ ਬੱਸ ਸਟੈਂਡ ਤੇ ਸਵਾਰੀਆਂ ਨਾ ਹੋਣ ਕਰਕੇ ਰਿਕਸ਼ਾ ਚਾਲਕਾਂ ਦਾ ਬਹੁਤ ਬੁਰਾ ਹਾਲ ਹੋ ਰਿਹਾ। ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ।